ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪੌੜੀ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸਰਬੱਤ ਮਾਈ ਭਾਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਵਰੋਸਾਈ ਹੋਈ ਇਸ ਮਹਾਨ ਪਵਿੱਤਰ ਤਪੋ ਭੂਮੀ ਤੇ ਇਕੱਤਰ ਹੋ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਪ੍ਰਾਰੰਭ ਕੀਤੇ ਗਏ ਜਪ ਪ੍ਰਯੋਗ ਸਮਾਗਮ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਹਾਜ਼ਰੀਆਂ ਭਰ ਰਹੇ ਹੋ। ਸੇਵਾ ਸਿਮਰਨ ਸਾਧ ਸੰਗਤ ਤਥਾ ਸਤਿਗੁਰੂ ਦਰਸ਼ਨ ਦਾ ਮਹਾਨ ਲਾਹਾ ਪ੍ਰਾਪਤ ਕਰਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸੁਹਾਵਣਾ ਬਣਾ ਰਹੇ ਹੋ, ਸਫਲਾ ਕਰ ਰਹੇ ਹੋ। ਸਰਬੱਤ ਮਾਈ ਭਾਈ ਇੱਕ ਵਾਰ ਕਿਰਪਾ ਕਰੋ, ਕਲਯੁਗ ਦੇ ਤਾਰਨਹਾਰ ਆਦਿ ਸਤਿਗੁਰੂ ਜੀ ਦਾ ਪਵਿੱਤਰ ਨਾਮ ਆਪਣੀ ਰਸਨਾ ਤੇ ਲਿਆਈਏ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਅੱਜ ਜਿੱਥੇ ਜਪ ਪ੍ਰਯੋਗ ਸਮਾਗਮ ਦਾ ਪਹਿਲਾ ਦਿਨ ਹੈ, ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਨਾਲ ਦੀ ਨਾਲ ਨਾਮਧਾਰੀ ਪੰਥ ਵਾਸਤੇ ਵਿਸ਼ੇਸ਼ ਖੁਸ਼ੀਆਂ ਭਰਿਆ ਦਿਨ ਹੈ। ਅੱਜ ਤੋਂ 160 ਸਾਲ ਪਹਿਲਾਂ ਅੱਜ ਤੋਂ ਕਰੀਬ 1841 ਤੋਂ ਲੈ ਕੇ ਉਸ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਾਜਯੋਗ ਸਿੰਘਾਸਨ ਉੱਤੇ ਸ਼ੋਭਾਇਮਾਨ ਕੀਤਾ। ਸੋ ਉਹ ਮਹਾਨ ਦਿਹਾੜਾ ਵੀ ਅੱਜ ਆਪਾਂ ਮਨਾ ਰਹੇ ਹਾਂ। 180 ਸਾਲ ਹੋ ਚੁੱਕੇ ਨੇ। ਬੜੀਆਂ ਔਖੀਆਂ ਘਾਟੀਆਂ ਵੀ ਨਾਮਧਾਰੀ ਪੰਥ ਉੱਤੇ ਆਈਆਂ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਨਾਮਧਾਰੀ ਪੰਥ ਉਹਨਾਂ ਸਾਰੇ ਮੁਸ਼ਕਲ ਹਾਲਾਤਾਂ ਵਿੱਚੋਂ, ਦੁੱਖਾਂ ਦੇ ਸੰਕਟਾਂ ਦੇ ਕਾਲੇ ਬੱਦਲਾਂ ਵਿੱਚੋਂ ਉਭਰਦਾ ਹੋਇਆ ਅੱਜ ਪੂਰੇ ਸੰਸਾਰ ਵਿੱਚ ਆਪਣੀ ਇੱਕ ਖਾਸ ਪ੍ਰਭਾ, ਆਪਣੀ ਇੱਕ ਖਾਸ ਸ਼ਾਨ ਸਥਾਪਿਤ ਕਰੀ ਬੈਠਾ ਹੈ। ਸੋ ਇਸ ਮਹਾਨ ਪਵਿੱਤਰ ਅਵਸਰ ਉੱਤੇ ਜਦੋਂ ਕਿ ਅੱਜ 3 ਪੁਰਬ ਨੇ, ਇਸ ਦਿਹਾੜੇ ਉੱਤੇ ਆਪ ਜੀ ਨੂੰ ਵਧਾਈਆਂ ਅਰਪਣ ਕਰਦਾ ਹੋਇਆ ਆਪਣੀ ਗੱਲ ਨੂੰ ਪ੍ਰਾਰੰਭ ਕਰਾਂਗਾ।
ਹੁਕਮ ਹੋਇਆ ਹੈ ਕਿ ਗਰੀਬ ਨਵਾਜ਼ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਵੇਂ ਨਾਨਕ, ਜਿਨ੍ਹਾਂ ਨੇ ਖਾਲਸੇ ਨੂੰ ਇੱਕ ਨਿਵੇਕਲੀ ਮਰਿਆਦਾ ਬਖਸ਼ਿਸ਼ ਕੀਤੀ, ਇੱਕ ਨਿਵੇਕਲਾ ਸਰੂਪ ਬਖਸ਼ਿਸ਼ ਕੀਤਾ ਔਰ ਆਪਣੇ ਸਪੁੱਤਰ ਕਹਿ ਕੇ ਨਿਵਾਜਿਆ, ਤੇ ਇੱਥੋਂ ਤੱਕ ਵੀ ਬਚਨ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ। ਰਹਿਤਨਾਮਿਆਂ ਵਿੱਚ ਇਹ ਵੀ ਪਾਠ ਮਿਲਦੇ ਨੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸਕਾ ਚੇਰਾ। ਉਹਨੂੰ ਆਪਣਾ ਸਾਹਿਬ ਵੀ ਆਖਿਆ, ਉਹਨੂੰ ਆਪਣਾ ਪੁੱਤਰ ਵੀ ਆਖਿਆ, ਉਹਨੂੰ ਆਪਣਾ ਸਰੂਪ ਵੀ ਆਖਿਆ। ਭਾਵ ਇੰਨੀਆਂ ਬਖਸ਼ਿਸ਼ਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ 'ਤੇ ਕੀਤੀਆਂ ਹਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਜਿਹੜੀ ਪਾਤਸ਼ਾਹ ਨੇ ਇੱਕ ਅਗੰਮੀ ਰਸ ਵਿੱਚ ਵਿਚਰਦਿਆਂ ਹੋਇਆਂ ਉਚਾਰਨ ਕੀਤੀ ਹੈ, ਜਿਸ ਨੂੰ ਪੜ੍ਹਨ ਨਾਲ, ਜਿਸ ਨੂੰ ਸਰਵਣ ਕਰਨ ਨਾਲ ਅਕਹਿ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਆਨੰਦ ਜਿਹੜਾ ਸੰਸਾਰ ਦੇ ਵਿੱਚੋਂ ਕਿਤੋਂ ਪ੍ਰਾਪਤ ਨਹੀਂ ਹੋ ਸਕਦਾ, ਸਾਡਾ ਮਾਰਗਦਰਸ਼ਨ ਕਰਦੀ ਹੈ। ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਉੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਰਚੀ ਹੋਈ ਪਾਵਨ ਪਵਿੱਤਰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਸਾਡਾ ਰਾਹ ਦਸੇਰੇ ਦਾ ਕੰਮ ਕਰਦੀ ਹੈ, ਸਾਡਾ ਪਥ ਪ੍ਰਦਰਸ਼ਨ ਕਰਦੀ ਹੈ। ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਇਸ ਸੰਸਾਰ ਵਿੱਚ ਚਾਨਣ ਹੈ, ਪ੍ਰਕਾਸ਼ ਹੈ, ਜਿਹੜੀ ਸਾਡੀਆਂ ਬਾਹਰਲੀਆਂ ਅੱਖਾਂ ਨੂੰ ਨਹੀਂ, ਸਾਡੀਆਂ ਆਤਮਿਕ ਅੱਖਾਂ ਨੂੰ, ਸਾਡੀ ਬੁੱਧੀ ਦੀਆਂ ਅੱਖਾਂ ਨੂੰ ਖੋਲ੍ਹਦੀ ਹੈ ਤੇ ਸਾਨੂੰ ਪ੍ਰਭੂ ਪਿਤਾ ਤੱਕ ਪਹੁੰਚਾਉਣ ਵਾਲਾ ਜਿਹੜਾ ਰਸਤਾ ਹੈ, ਉਸ ਦੀ ਸੋਝੀ ਬਖਸ਼ਿਸ਼ ਕਰਦੀ ਹੈ। ਸੰਤ ਧਿਆਨ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਹੈ। ਉਹ ਕਹਿੰਦੇ ਨੇ, ਗੁਰੂ ਨਾਨਕ ਕੀ ਅੰਮ੍ਰਿਤ ਬਾਣੀ, ਬਾਣੀ ਸਭ ਹੂ ਕੈ ਮਨ ਭਾਣੀ। ਭਾਣੀ ਜਿਨ ਨਿਸ਼ਚੈ ਕਰ ਜਾਣੀ, ਜਾਣੀ ਛੂਟੀ ਕਾਣ ਜਮਾਣੀ। ਮਾਣੀ ਮੌਜ ਤਿਨੈ ਮੁਕਤਾਣੀ, ਤਾਣੀ ਸਿੱਖਣ ਹੇਤ ਵਖਾਣੀ। ਖਾਣੀ ਚਾਰ ਜਪੈ ਨਿਰਬਾਣੀ, ਜੋ ਬਾਣੀ ਪੜ੍ਹੈ ਸਹਿ ਪ੍ਰੇਮਾ। ਪੜ੍ਹਤ ਸੁਣਤ ਜਾ ਕੇ ਲਹਿ ਖੇਮਾ। ਇਸ ਨੂੰ ਪੜ੍ਹਨ ਅਤੇ ਸੁਣਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ਵਿਚਾਰਯੋਗ ਬਾਣੀ ਹੈ, ਅੱਜ ਵਿਚਾਰ ਅਧੀਨ ਬਾਣੀ ਹੈ, ਸਾਡੇ ਹੁਕਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਹੈ ਚੰਡੀ ਦੀ ਵਾਰ ਬਾਰੇ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣ। ਜਦੋਂ ਆਪਾਂ ਚੰਡੀ ਦੀ ਵਾਰ ਦਾ ਪਾਠ ਕਰਦੇ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਪਵਿੱਤਰ ਹੁਕਮਨਾਮਿਆਂ ਵਿੱਚ ਬੜਾ ਜ਼ੋਰ ਦੇ ਕੇ ਇਹ ਹੁਕਮ ਕੀਤਾ ਹੈ ਕਿ ਚੰਡੀ ਦੀ ਵਾਰ ਦਾ ਪਾਠ ਰੋਜ਼ਾਨਾ ਕਰਨਾ। ਔਰ ਨਾਲ ਇਹ ਵੀ ਹੁਕਮ ਕੀਤਾ, ਮੈਂ ਇਹ ਅਰਜ਼ ਕਰਦਿਆਂ ਕਿ ਇੱਕੋ ਇੱਕ ਬਾਣੀ ਅਜਿਹੀ ਬਾਣੀ ਹੈ ਜਿਸ ਨੂੰ ਪੜ੍ਹਨ ਦਾ ਸਤਿਗੁਰੂ ਜੀ ਵੱਲੋਂ ਤਾਕੀਦੀ ਹੁਕਮ ਹੈ, ਤੇ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਦਾ ਸਮਾਂ ਵੀ ਨਿਸ਼ਚਿਤ ਹੈ। ਹੋਰ ਕਿਸੇ ਬਾਣੀ ਦਾ ਸਮਾਂ ਇੰਨੀ ਸਖਤੀ ਨਾਲ ਨਿਸ਼ਚਿਤ ਨਹੀਂ ਕੀਤਾ ਗਿਆ। ਜਦੋਂ ਇਸ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ ਤੇ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਭਰਮ ਪਾਉਣ ਵਾਲਿਆਂ ਵੱਲੋਂ, ਸ਼ੰਕਾ ਪਾਉਣ ਵਾਲਿਆਂ ਵੱਲੋਂ ਪਾਏ ਗਏ ਨੇ, ਉਹ ਸਾਡੇ ਸਾਹਮਣੇ ਆਉਂਦੇ ਨੇ। ਪਰ ਜਦੋਂ ਵਿਚਾਰ ਨਾਲ ਪੜ੍ਹਾਂਗੇ, ਬਹੁਤ ਸਾਰੇ ਸ਼ੰਕੇ ਆਪਣੇ ਆਪ ਗੁਰੂ ਕੀ ਬਾਣੀ ਨਿਵਰਤ ਕਰਦੀ ਜਾਂਦੀ ਹੈ। ਜਦੋਂ ਅਸੀਂ ਚੰਡੀ ਦੀ ਵਾਰ ਨੂੰ ਪੜ੍ਹਦੇ ਹਾਂ, ਅਖੀਰ ਵਿੱਚ ਇੱਕ ਬਚਨ ਆਇਆ ਕਿ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹੋ ਗਾਇਆ। ਇਹ ਦੋ ਗੱਲਾਂ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ। ਇੱਕ ਤਾਂ ਇਹ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੰਨੀ ਸਖਤੀ ਨਾਲ ਇੰਨਾ ਤਾਕੀਦੀ ਹੁਕਮ ਕਿਉਂ ਕੀਤਾ ਚੰਡੀ ਦੀ ਵਾਰ ਪੜ੍ਹਨ ਦਾ। ਦੂਸਰਾ ਇਹ ਕਿ ਜਿਹੜਾ ਇਹ ਬਚਨ ਲਿਖਿਆ ਹੈ ਕਿ ਫੇਰ ਨਾ ਜੂਨੀ ਆਇਆ ਜਿਨ ਇਹੋ ਗਾਇਆ, ਜਦੋਂ ਓਪਰੇ ਮਨ ਨਾਲ ਪੜ੍ਹਦੇ ਹਾਂ ਤੇ ਉੱਪਰਲੀਆਂ ਤਹਿਾਂ ਤੋਂ ਤੇ ਸਾਨੂੰ ਇੰਝ ਹੀ ਮਹਿਸੂਸ ਹੁੰਦਾ ਹੈ
ਕਿ ਇਹ ਕੇਵਲ ਤੇ ਕੇਵਲ ਵੀਰ ਰਸੀ ਬਾਣੀ ਹੈ। ਇਹ ਕੇਵਲ ਤੇ ਕੇਵਲ ਰਾਖਸ਼ਾਂ ਦਾ ਦੁਰਗਾ ਦੁਆਰਾ, ਚੰਡੀ ਦੁਆਰਾ ਕੀਤਾ ਗਿਆ ਸੰਘਾਰ ਜਿਹੜਾ ਹੈ ਉਸ ਯੁੱਧ ਦਾ ਵਰਣਨ ਹੈ। ਆਮ ਕਰਕੇ ਸਾਨੂੰ ਇਹ ਗੱਲ ਸਮਝ ਆਉਂਦੀ ਹੈ। ਹੁਣ ਯੁੱਧ ਦਾ ਵਰਣਨ ਜਿਹੜਾ ਉਹਦਾ ਅਧਿਆਤਮ ਨਾਲ ਕੀ ਸੰਬੰਧ ਹੈ? ਸ਼ੰਕਾ ਹੈ। ਆਉਣਾ ਨਹੀਂ ਚਾਹੀਦਾ ਗੁਰਬਾਣੀ ਉੱਪਰ ਸ਼ੰਕਾ, ਕਿਉਂਕਿ ਸਤਿਗੁਰੂ ਸਾਹਿਬਾਨ ਨੇ ਲਿਖੀ ਹੈ, ਪਰ ਸ਼ੰਕਾ ਆਪਣੇ ਆਪ ਪੈਦਾ ਹੁੰਦਾ ਹੈ ਕਿ ਇਹ ਬਾਣੀ ਜਿਹੜੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਰਚੀ ਹੈ, ਚੰਡੀ ਦੀ ਵਾਰ, ਇਹ ਤਾਂ ਵੀਰ ਰਸੀ ਬਾਣੀ ਹੈ। ਇਹ ਤਾਂ ਇੱਕ ਯੁੱਧ ਦਾ ਵਰਣਨ ਹੈ, ਤੇ ਇਸ ਦਾ ਅਧਿਆਤਮ ਨਾਲ ਕੀ ਸੰਬੰਧ ਹੈ, ਜਾਂ ਇਹ ਜੰਮਣ ਮਰਨ ਨੂੰ ਕਿਵੇਂ ਕੱਟ ਸਕਦੀ ਹੈ, ਇਸ ਨੂੰ ਵਿਚਾਰਨ ਦੀ ਲੋੜ ਹੈ। ਮੈਂ ਅਰਜ਼ ਕਰਦਿਆਂ ਕਿ ਗੁਰਬਾਣੀ ਦੇ ਦੋ ਤਰ੍ਹਾਂ ਦੇ ਅਰਥ ਸਾਡੇ ਸਾਹਮਣੇ ਆਉਂਦੇ ਨੇ। ਸਾਰੀ ਹੀ ਗੁਰਬਾਣੀ, ਭਾਵੇਂ ਉਹ ਆਦਿ ਬਾਣੀ ਹੋਵੇ, ਭਾਵੇਂ ਉਹ ਦਸਮ ਬਾਣੀ ਹੋਵੇ, ਸਾਰੀ ਬਾਣੀ ਦੇ ਦੋ ਤਰ੍ਹਾਂ ਦੇ ਅਰਥ ਨੇ। ਇੱਕ ਅਰਥ ਹਨ ਅੰਦਰੂਨੀ ਅਰਥ, ਇੱਕ ਅਰਥ ਹਨ ਬਾਹਰੂਨੀ ਅਰਥ, ਬਾਹਰੀ ਅਰਥ। ਜਿਹੜੇ ਅਸੀਂ ਉੱਪਰਲੇ ਮਨੋਂ ਕੇਵਲ ਤੇ ਕੇਵਲ ਅੱਖਰਾਂ ਨੂੰ ਵੇਖਦੇ ਹਾਂ, ਉਹ ਸਾਨੂੰ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਕੇਵਲ ਤੇ ਕੇਵਲ ਦੁਨੀਆਦਾਰੀ ਦੀਆਂ ਗੱਲਾਂ ਨੇ। ਪਰੰਤੂ ਜਦੋਂ ਉਸ ਦੇ ਰਹੱਸ ਨੂੰ ਖੋਜਣ ਵਾਸਤੇ ਡੂੰਘੀ ਚੁੱਭੀ ਲਾਉਣ ਦੀ ਕੋਸ਼ਿਸ਼ ਕਰੀਦੀ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤੇ ਥੋੜ੍ਹਾ ਬਹੁਤਾ ਅਸੀਂ ਜਿੰਨਾ ਕੁ ਬਖਸ਼ਿਸ਼ ਨਾਲ ਜਾਣ ਸਕਦੇ ਹਾਂ, ਕਿਉਂਕਿ ਸਾਡੀ ਬੁੱਧੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਇਸ ਮਨ ਕੋ ਮਲ ਜਨਮ ਜਨਮ ਕੀ ਲਾਗੀ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਸੈਂਕੜੇ ਵਾਰ ਧੋਣ ਨਾਲ ਵੀ ਇਹ ਸਾਡੀ ਬੁੱਧੀ ਜਿਹੜੀ ਹੈ, ਇਹ ਸਾਡੀ ਮਤ ਜਿਹੜੀ ਹੈ, ਅਹੰ ਬੁੱਧ ਮਨ ਪੂਰ ਥਿੰਧਾਈ, ਇਸ ਤਰ੍ਹਾਂ ਦੀ ਅਵਸਥਾ ਬਣੀ ਹੋਈ ਹੈ। ਇਸ ਨੂੰ ਸਮਝ ਨਹੀਂ ਆ ਰਹੀ। ਗਿਆਨ ਦੀਆਂ ਅੱਖਾਂ ਇਸ ਨੂੰ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦੀਆਂ, ਉਹਨਾਂ ਚਿਰ ਸਤਸੰਗੀ ਜਨੋਂ ਅਸੀਂ ਗੁਰਬਾਣੀ ਨੂੰ ਨਹੀਂ ਸਮਝ ਸਕਦੇ। ਤੇ ਉਹ ਗਿਆਨ ਦੀਆਂ ਅੱਖਾਂ ਜਿਹੜੀਆਂ ਹਨ ਉਹ ਪੂਰੇ ਸਤਿਗੁਰੂ ਕੋਲੋਂ ਪ੍ਰਾਪਤ ਹੁੰਦੀਆਂ ਨੇ। ਤੋਂ ਮੈਂ ਅਰਜ਼ ਕਰ ਰਿਹਾ ਸਾਂ ਕਿ ਇਸ ਬਾਣੀ ਦਾ ਜਿਹੜਾ ਬਾਹਰੀ ਰੂਪ ਹੈ ਉਹ ਤੇ ਕੇਵਲ ਜੰਗ ਯੁੱਧ ਦਾ ਹੈ। ਪਰੰਤੂ ਅਖੀਰ ਵਿੱਚ ਜਦੋਂ ਮਹਾਤਮ ਲਿਖਿਆ ਤੇ ਮਹਾਤਮ ਜਿਹੜਾ ਹੈ ਉਹ ਇਹ ਹੈ ਕਿ ਫੇਰ ਨਾ ਜੂਨੀ ਆਇਆ ਜਿਨੇ ਉਹ ਗਾਇਆ। ਇਹ ਦੋਵੇਂ ਗੱਲਾਂ ਆਪਸ ਵਿੱਚ ਕਿਵੇਂ ਮੇਲ ਖਾਂਦੀਆਂ ਨੇ। ਮੈਂ ਅਰਜ਼ ਕਰਦਿਆਂ ਕਿ ਜਦੋਂ ਅਸੀਂ ਚੰਡੀ ਦੀ ਵਾਰ ਨੂੰ ਜਾਂ ਚੰਡੀ ਚਰਿੱਤਰ ਦੀਆਂ ਦੋਵਾਂ ਬਾਣੀਆਂ ਨੂੰ, ਪਹਿਲੇ ਦੂਜੇ ਨੂੰ, ਉਕਤ ਬਿਲਾਸ ਨੂੰ ਜਾਂ ਦੂਜੇ ਨੂੰ, ਕਿਉਂਕਿ ਸਾਖੀ ਸਾਰੀ ਦੀ ਸਾਰੀ ਇੱਕ ਹੀ ਹੈ, ਇੱਕ ਹੀ ਜੰਗ ਦਾ ਵਰਣਨ ਹੈ, ਤੋ ਉਹਦੇ ਵਿੱਚ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਹੈ ਉਹ ਇੱਕ ਹੀ ਪ੍ਰਕਰਨ ਹੈ। ਤੇ ਉਹਦੇ ਵਿੱਚ ਰਾਕਸ਼ ਜਿਹੜੇ ਨੇ ਉਹਨਾਂ ਦੁਆਰਾ ਦੇਵਤਿਆਂ ਨੂੰ ਤੰਗ ਕੀਤਾ ਜਾਂਦਾ ਹੈ। ਦੇਵਤਿਆਂ ਦੀ ਦੇਵਪੁਰੀ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ। ਇੰਦਰ ਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ, ਜਿਸ ਦਾ ਸਦਕਾ ਦੇਵਰਾਜ ਇੰਦਰ ਜਿਹੜੇ ਹਨ ਉਹ ਦੁਰਗਾ ਦੀ ਸ਼ਰਨ ਵਿੱਚ ਜਾਂਦੇ ਨੇ, ਮਾਤਾ ਦੀ ਸ਼ਰਨ ਵਿੱਚ ਜਾਂਦੇ ਨੇ। ਤੇ ਉਹ ਉਹਨਾਂ ਦਾ ਦੇਵਤਿਆਂ ਦਾ ਭਲਾ ਕਰਨ ਵਾਸਤੇ, ਦੇਵਤਿਆਂ ਨੂੰ ਇਸ ਸੰਕਟ ਵਿੱਚੋਂ ਉਬਾਰਨ ਵਾਸਤੇ ਉਹਨਾਂ ਰਾਖਸ਼ਾਂ ਦਾ, ਉਹਨਾਂ ਦਾਨਵਾਂ ਦਾ ਸੰਘਾਰ ਕਰਦੇ ਨੇ। ਇਸ ਦਾ ਵਰਣਨ ਕੀਤਾ ਗਿਆ। ਪਰ ਕੀ ਇਹ ਬਾਹਰੀ ਜੰਗ ਹੈ? ਮੈਂ ਅਰਜ਼ ਕਰਦਿਆਂ ਅਸਲ ਵਿੱਚ ਸ਼ਬਦ ਬਾਹਰੀ ਨੇ। ਇਹ ਜੰਗ ਹਰ ਮਨੁੱਖ ਦੇ ਅੰਦਰ ਹੈ। ਹਰ ਮਨੁੱਖ ਦੇ ਅੰਦਰ ਦੇਵਤੇ ਵੀ ਨੇ, ਹਰ ਮਨੁੱਖ ਦੇ ਅੰਦਰ ਰਾਖਸ਼ ਵੀ ਨੇ। ਜਿਹੜੇ ਸ਼ੁਭ ਗੁਣ ਨੇ, ਕਿਉਂਕਿ ਤਿੰਨ ਤਰ੍ਹਾਂ ਦੇ ਮਾਇਆ ਦੁਆਰਾ ਬਣਾਏ ਗਏ ਗੁਣ ਨੇ, ਜਿਨ੍ਹਾਂ ਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ ਆਖਿਆ ਜਾਂਦਾ ਹੈ। ਔਰ ਤਿੰਨ ਗੁਣ ਜਿਹੜੇ ਨੇ ਉਹਨਾਂ ਤੋਂ ਉੱਚਾ ਹੈ ਪਰਮੇਸ਼ਵਰ, ਤੇ ਉਹਨਾਂ ਤੋਂ ਉੱਚਾ ਉੱਠਣ ਵਾਲਾ ਹੀ ਪਰਮੇਸ਼ਰ ਨਾਲ ਅਭੇਦ ਹੋ ਸਕਦਾ ਹੈ। ਇਸ ਦਾ ਵਰਣਨ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਹੈ। ਪਰ ਜਿਹੜਾ ਦੇਵਤਿਆਂ ਦਾ ਸੁਭਾਅ ਹੈ, ਇਸੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਨਾ, ਉੱਚਾ ਉੱਠਣ ਵਾਲਿਆਂ ਦੀ ਗੱਲ ਮੈਂ ਅਰਜ਼ ਕੀਤੀ ਹੈ ਵੀ ਜਿਹੜੇ ਲੋਕ ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਜਾਂਦੇ ਨੇ ਉਹ ਪਰਮੇਸ਼ਰ ਵਿੱਚੋਂ ਅਭੇਦ ਹੋ ਜਾਂਦੇ ਨੇ। ਉਹਨਾਂ ਨੂੰ ਦੇਵਤਿਆਂ ਨਾਲੋਂ ਵੀ ਉੱਚਾ ਦਰਜਾ ਪ੍ਰਾਪਤ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਭਗਤ ਕਬੀਰ ਜੀ ਦਾ ਪਵਿੱਤਰ ਬਚਨ ਹੈ। ਭਗਤ ਜੀ ਕਹਿੰਦੇ ਨੇ
ਇਸ ਦੇਹੀ ਕੋ ਸਿਮਰਹਿ ਦੇਵ। ਇੱਥੇ ਦੇਹੀ ਤੋਂ ਭਾਵ ਕੇਵਲ ਤੇ ਕੇਵਲ ਮਨੁੱਖਾ ਸਰੀਰ ਨਹੀਂ ਹੈ। ਇੱਥੇ ਭਾਵ ਇਹ ਹੈ ਕਿ ਉਹ ਦੇਹੀ ਜਿਸ ਦੇ ਅੰਦਰ ਪ੍ਰਭੂ ਦਾ ਸਿਮਰਨ ਵਸ ਗਿਆ, ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਉੱਚਾ ਉੱਠ ਗਿਆ, ਜਿਸ ਦੀ ਅਵਸਥਾ ਇਹੋ ਜਿਹੀ ਹੋ ਗਈ ਹੈ ਕਿ ਉਹ ਪਰਮੇਸ਼ਰ ਨਾਲ ਅਭੇਦ ਹੋ ਗਿਆ, ਉਸ ਦੇਹੀ ਨੂੰ, ਉਸ ਸਰੀਰ ਨੂੰ, ਉਸ ਨੂੰ ਸਪਰਸ਼ ਕਰਨ ਵਾਸਤੇ, ਉਸ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਵੀ ਜਿਹੜੇ ਨੇ ਉਹ ਤਰਸਦੇ ਨੇ। ਹੁਣ ਜਦੋਂ ਅਸੀਂ ਇਸ ਬਾਣੀ ਦਾ ਪਾਠ ਕਰਦੇ ਹਾਂ, ਇਹਦੇ ਵਿੱਚ ਜੰਗਾਂ ਤੇ ਦੋ ਦਾ ਵਰਣਨ ਹੈ। ਪਹਿਲਾ ਮਹਿਖਾਸੁਰ ਦੈਤ ਦਾ ਚੰਡੀ ਨਾਲ ਯੁੱਧ ਹੈ, ਦੂਸਰਾ ਜਿਹੜਾ ਹੈ ਯੁੱਧ ਉਹ ਹੈ ਸੁੰਭ ਨਿਸੁੰਭ ਦਾ ਯੁੱਧ। ਪਰ ਸੁੰਭ ਨਿਸੁੰਭ ਦੇ ਜਿਹੜੇ ਸੂਰਮੇ ਨੇ, ਉਹਨਾਂ ਦੇ ਨਾਂ, ਇੱਕ ਦਾ ਨਾਂ ਹੈ ਰਕਤ ਬੀਜ, ਸਰੋਣਤ ਬੀਜ, ਦੋ ਨਾਂ ਉਹਦੇ ਆਏ ਨੇ। ਸਰੋਣਤ ਮੈਨੇ ਵੀ ਖੂਨ ਹੁੰਦਾ, ਰਕਤ ਮੈਨੇ ਵੀ ਖੂਨ ਹੁੰਦਾ। ਭਾਵ ਇਹ ਹੈ ਕਿ ਉਹ ਰਾਖਸ਼ ਜਿਨ੍ਹਾਂ ਤੋਂ ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਹੈ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਢੰਗ ਹੈ ਕਿ ਜਿੱਥੇ ਉਹਨਾਂ ਦਾ ਖੂਨ ਦਾ ਕਿਣਕਾ ਡਿੱਗ ਪਵੇ, ਖੂਨ ਦਾ ਤੁਰਪਕਾ ਡਿੱਗਦਿਆਂ ਸਾਰ ਉੱਥੋਂ ਹੀ ਉਹ ਜਿਹਾ ਹੀ ਰਾਕਸ਼, ਜਿਹੋ ਜਿਸ ਦਾ ਖੂਨ ਡੁੱਲਾ ਹੈ, ਉਸੇ ਤਰ੍ਹਾਂ ਦਾ ਹੀ ਰਾਕਸ਼ ਜਿਹੜਾ ਉਹ ਪੈਦਾ ਹੋ ਜਾਂਦਾ। ਉਸ ਨੂੰ ਰਕਤ ਬੀਜ ਜਾਂ ਰਕਤਰ ਬੀਜ ਵੀ ਆਖਿਆ ਗਿਆ, ਸਰੋਣਤ ਬੀਜ ਵੀ ਆਖਿਆ ਗਿਆ। ਦੂਸਰਾ ਹੈ ਜਿਹੜਾ ਜਿਸ ਦਾ ਦੂਜਾ ਨਾਂ ਆਇਆ, ਉਹ ਹੈ ਮਹਿਖਾਸੁਰ ਦੈਤ। ਮਹਿਖਾਸੁਰ ਦਾ ਸੁਭਾਅ ਕੀ ਹੁੰਦਾ? ਮਹਿਖ ਤੋਂ ਭਾਵ ਹੁੰਦਾ ਹੈ ਝੋਟਾ। ਜਿਹੜੀ ਪਹਿਲੀ ਜੰਗ ਹੈ ਉਹਦੇ 'ਚ ਮਹਿਖਾਸੁਰ ਦੈਤ ਮੁੱਖ ਪਾਤਰ ਹੈ, ਤੇ ਮਹਿਖ ਤੋਂ ਭਾਵ ਹੁੰਦਾ ਹੈ ਝੋਟਾ, ਜਿਸ ਦਾ ਝੋਟੇ ਵਰਗਾ ਸੁਭਾਅ ਸੀ। ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕੀ ਸਾਡੇ ਅੰਦਰ ਅਜਿਹਾ ਸੁਭਾਅ ਤੇ ਨਹੀਂ। ਗੁਰਬਾਣੀ ਵਿੱਚ ਇੱਕ ਪਾਠ ਆਇਆ, ਭਗਤ ਬਾਣੀ ਵਿੱਚ ਵਰਣਨ ਹੈ, ਮਾਤਾ ਪੈਸਾ ਅਮੋਹਾ ਜਾਏ, ਕੁੱਦ ਕੁੱਦ ਚਰੈ ਰਸਾਤਲ ਪਾਏ। ਇਹ ਅਮੋੜ ਝੋਟਾ, ਭਾਵ ਇਹ ਮਨ, ਇਹ ਜਿਹੜਾ ਇਹ ਕੀ ਇਹ ਕਰਦਾ ਹੈ? ਇਹ ਕਰਦਾ ਹੈ ਕਿ ਇਹ ਆਪਣੀ ਮਰਜ਼ੀ ਦੇ ਨਾਲ ਲੋਕਾਂ ਦੀਆਂ ਖੇਤੀਆਂ ਤਬਾਹ ਕਰਦਾ, ਲੋਕਾਂ ਦੇ ਉੱਤੇ ਜ਼ੁਲਮ ਕਰਦਾ, ਤਸ਼ੱਦਦ ਕਰਦਾ। ਇਸ ਦੀ ਬਿਰਤੀ ਜਿਹੜੀ ਹੈ ਉਸ ਝੋਟੇ ਵਰਗੀ ਹੈ। ਹੁਣ ਅਸੀਂ ਵੇਖਾਂਗੇ ਕਿ ਇਹ ਕਿਉਂ ਕਰਦਾ ਹੈ। ਮਨੁੱਖ ਦੇ ਅੰਦਰ ਝੋਟਾ ਬਿਰਤੀ ਜਾਂ ਪਸ਼ੂ ਬਿਰਤੀ ਕਦੋਂ ਆਉਂਦੀ ਹੈ? ਜਦੋਂ ਉਸ ਨੂੰ ਆਪਣੇ ਆਪੇ ਦੀ ਅਤੇ ਆਪਣੇ ਆਲੇ ਦੁਆਲੇ ਦੇ ਸਮਾਜ ਦੀ ਕੋਈ ਸੋਝੀ ਨਹੀਂ ਰਹਿੰਦੀ, ਤੇ ਉਸ ਨੂੰ ਕਿਹਾ ਗਿਆ ਹੈ ਕਿ ਉਸ ਦੀ ਪਸ਼ੂ ਬਿਰਤੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਵਰਗਾ ਸਰੀਰ ਹੁੰਦਿਆਂ ਹੋਇਆਂ ਵੀ ਜਦੋਂ ਪਸ਼ੂ ਬਿਰਤੀ ਉਹਦੇ ਅੰਦਰ ਹਾਵੀ ਹੋ ਜਾਂਦੀ ਹੈ, ਭਾਰੂ ਹੋ ਜਾਂਦੀ ਹੈ, ਤੇ ਉਸ ਵੇਲੇ ਸਤਸੰਗੀ ਜਨੋਂ ਉਸ ਦੀ ਬਿਰਤੀ ਜਿਹੜੀ ਹੈ ਉਹ ਮਹਿਖਾਸੁਰ ਵਰਗੀ ਬਣ ਜਾਂਦੀ ਹੈ, ਅਗਿਆਨਤਾ ਭਰੀ ਬਣ ਜਾਂਦੀ ਹੈ। ਔਰ ਤੀਸਰਾ ਜਿਹੜਾ ਰਾਖਸ਼ ਹੈ ਉਸ ਦਾ ਜ਼ਿਕਰ ਆਇਆ ਕਿ ਉਸ ਦੇ ਜਿਹੜੇ ਨੇਤਰ ਨੇ ਉਹ ਬੜੇ ਤੇਜ ਵਾਲੇ ਨੇ, ਬੜੇ ਜਲਾਲ ਵਾਲੇ ਨੇ, ਔਰ ਨੇਤਰਾਂ ਦੇ ਨਾਲ ਹੀ ਉਹ ਸੰਸਾਰ ਦੇ ਵਿੱਚ ਛਾਇਆ ਪਿਆ ਹੈ। ਉਹ ਤਿੰਨੇ ਤਰ੍ਹਾਂ ਦੇ ਅਸਲ ਵਿੱਚ ਇਹ ਕੀ ਹੈ? ਇਹ ਹੈ ਕਾਮ, ਕ੍ਰੋਧ ਅਤੇ ਅਗਿਆਨ ਅਥਵਾ ਮੋਹ। ਇਹ ਤਿੰਨ ਸਾਡੇ ਅੰਦਰ ਜਿਹੜੇ ਇਹ ਰਾਕਸ਼ ਬਿਰਤੀ ਵਾਲੇ ਲੋਕ ਨੇ ਇਹ ਬੈਠੇ ਹੋਏ ਨੇ, ਔਰ ਇਹਨਾਂ ਨੂੰ ਜਿੱਤਣ ਵਾਸਤੇ ਲੋੜ ਕਿਸ ਗੱਲ ਦੀ ਹੈ? ਜਿਸ ਦਾ ਨਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਚੰਡੀ ਰੱਖਿਆ। ਉਹ ਚੰਡੀ ਜਿਹੜੀ ਹੈ, ਚੰਡੀ ਤੋਂ ਭਾਵ ਹੁੰਦਾ ਤੇਜ ਵਾਲੀ, ਪ੍ਰਕਾਸ਼ ਵਾਲੀ। ਤੇ ਤੇਜ ਔਰ ਪ੍ਰਕਾਸ਼ ਜਿਹੜਾ ਹੈ ਉਹ ਕੇਵਲ ਤੇ ਕੇਵਲ ਗਿਆਨ ਦਾ ਹੁੰਦਾ ਹੈ, ਰੌਸ਼ਨੀ ਗਿਆਨ ਦੀ ਹੁੰਦੀ ਹੈ। ਜਿੱਥੇ ਅਗਿਆਨ ਹਨੇਰਾ ਹੈ ਉੱਥੇ ਗਿਆਨ ਜਿਹੜਾ ਹੈ ਉਹ ਚਾਨਣ ਹੈ। ਚੰਡੀ ਤੋਂ ਭਾਵ ਹੈ ਉਹ ਅਗਨੀ ਜਿਹੜੀ ਸੰਸਾਰ ਦੇ ਵਿੱਚ ਅਜਿਹੀਆਂ ਦੁਰਵਾਸ਼ਨਾਵਾਂ ਜਿਹੜੀਆਂ ਨੇ ਜਾਂ ਵਿਕਾਰ ਜਿਹੜੇ ਨੇ ਉਹਨਾਂ ਨੂੰ ਸਾੜ ਦੇਣ ਵਾਲੀ ਹੈ, ਉਹਨਾਂ ਬਿਰਤੀਆਂ ਨੂੰ ਖਤਮ ਕਰਨ ਵਾਲੀ ਹੈ। ਉਹ ਚੰਡੀ ਜਿਹੜੀ ਹੈ ਉਹ ਹੈ ਗਿਆਨ ਦੀ ਚੰਡੀ। ਉਹ ਹੈ ਗੁਰੂ ਵੱਲੋਂ ਬਖਸ਼ਿਆ ਹੋਇਆ ਉਹ ਗਿਆਨ, ਜਿਸ ਦੁਆਰਾ ਮਨੁੱਖ ਜਿਹੜਾ ਹੈ ਉਹ ਕੁਬਰਤੀਆਂ ਨੂੰ ਛੱਡ ਕੇ ਸੁਬਰਤੀਆਂ ਵਾਲੇ ਪਾਸੇ ਲੱਗਦਾ ਹੈ। ਸੋ ਇਸ ਵਾਸਤੇ ਇੱਥੋਂ ਸਿੱਖਣਾ ਜਿਹੜਾ ਹੈ ਉਹ ਇਹ ਹੁੰਦਾ ਕਿ ਗੁਰੂ ਸਾਹਿਬ ਨੇ ਜਿਹੜਾ ਇਹ ਜੰਗ ਲਿਖਿਆ, ਇਸ ਜੰਗ ਦੇ ਵਿੱਚ ਬਹੁਤ ਸਾਰੇ ਨਵੇਂ ਭੇਦ ਆਪਾਂ ਜਦੋਂ ਡੂੰਘਾਈ ਵਿੱਚ ਜਾ ਕੇ ਇਸ ਨੂੰ ਪੜ੍ਹਦੇ ਹਾਂ ਤੇ ਉਹ ਸਾਡੇ ਸਾਹਮਣੇ ਖੁੱਲ੍ਹਦੇ ਨੇ।
ਉਹ ਆਪਾਂ ਨਾਲ ਦੀ ਨਾਲ ਉਸ ਦੀ ਵਿਚਾਰ ਕਰਦੇ ਜਾਵਾਂਗੇ। ਹੁਣ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹ ਮਹਾਨ ਪਵਿੱਤਰ ਬਾਣੀ, ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਮਨੁੱਖ ਦਾ ਜੰਮਣਾ ਮਰਨਾ ਕੱਟਿਆ ਜਾਂਦਾ ਹੈ, ਉਹ ਬਾਣੀ ਜਿਹੜੀ ਮਨੁੱਖ ਨੂੰ ਇਸ ਸੰਸਾਰ ਵਿੱਚੋਂ ਉੱਚਾ ਕਰਕੇ ਗਿਆਨ ਦੇ ਚਕਸ਼ੂ ਦੇ ਕੇ ਪਰਮੇਸ਼ਰ ਵਿੱਚ ਅਭੇਦ ਕਰ ਦਿੰਦੀ ਹੈ, ਜਿਹੜੀ ਬਾਣੀ ਸਾਡੇ ਅੰਦਰ ਦੀਆਂ ਕੁਵਿਰਤੀਆਂ ਨੂੰ, ਰਾਖਸ਼ ਵਿਰਤੀਆਂ ਨੂੰ ਮਾਰ ਕੇ ਸਾਡੇ ਅੰਦਰ ਸੁਵਿਰਤੀਆਂ ਜਿਹੜੀਆਂ ਹਨ ਉਹਨਾਂ ਨੂੰ ਪੈਦਾ ਕਰਦੀ ਹੈ, ਸਾਨੂੰ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਉੱਚਾ ਚੁੱਕ ਕੇ ਤੁਰੀਆ ਪਦ ਵਿੱਚ, ਸਹਿਜ ਪਦ ਵਿੱਚ, ਗਿਆਨ ਪਦ ਵਿੱਚ ਅਟਲ ਪਦਵੀ ਦੀ ਪ੍ਰਾਪਤੀ ਜਿਹੜੀ ਹੈ ਉਸ ਦੀ ਬਖਸ਼ਿਸ਼ ਕਰਦੀ ਹੈ। ਸੋ ਆਪਾਂ ਹੁਣ ਉਸ ਦੀ ਵਿਚਾਰ ਕਰਾਂਗੇ ਜੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਮੰਗਲਾਚਰਨ ਕੀਤਾ ਹੈ, ਜਿਸ ਤਰ੍ਹਾਂ ਆਦਿ ਬਾਣੀ ਵਿੱਚ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਦੂਸਰੇ ਸਰੂਪਾਂ ਨੇ ਮੰਗਲਾਚਰਨ ਕੀਤਾ, ਉਹਦੇ ਵਿੱਚ ਇੱਕ ਮੰਗਲ ਆਉਂਦਾ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰ ਮੰਗਲ ਜਿਹੜਾ ਰਾਗਾਂ ਦੇ ਮੂਲ ਵਿੱਚ ਆਉਂਦਾ ਉਹ ਗੁਰਪ੍ਰਸਾਦ ਤੱਕ ਆਉਂਦਾ। ਕੁਛ ਮੰਗਲਾਂ ਦਾ ਰੂਪ ਅਜਿਹਾ ਵੀ ਆਉਂਦਾ, ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਕੁਛ ਮੰਗਲਾਂ ਦਾ ਰੂਪ ਇਸ ਤਰ੍ਹਾਂ ਵੀ ਆਇਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਕੁਛ ਮੰਗਲਾਂ ਦਾ ਰੂਪ ਇਹ ਵੀ ਆਇਆ, ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ। ਭਾਵ ਵੱਖਰੇ ਵੱਖਰੇ ਮੰਗਲ ਜਿਹੜੇ ਨੇ ਉਹ ਗੁਰਬਾਣੀ ਵਿੱਚ ਆਏ ਨੇ। ਮੰਗਲ ਤੋਂ ਭਾਵ ਕੀ ਹੈ? ਮੰਗਲਾਚਰਨ ਦਾ ਭਾਵ ਇਹ ਹੁੰਦਾ ਹੈ ਕਿ ਕੋਈ ਵੀ ਕਵੀ ਜਾਂ ਗ੍ਰੰਥ ਕਰਤਾ ਜਦੋਂ ਆਪਣੀ ਬਾਣੀ ਨੂੰ ਉਚਾਰਨ ਕਰਨ ਲੱਗਦਾ ਹੈ, ਕਿਸੇ ਗ੍ਰੰਥ ਦੀ ਸਿਰਜਣਾ ਕਰਨ ਲੱਗਦਾ ਹੈ, ਤੇ ਉਹ ਸਭ ਤੋਂ ਪਹਿਲਾਂ ਮੰਗਲਾਚਰਨ ਕਰਦਾ ਹੈ, ਅਰਦਾਸ ਕਰਦਾ ਹੈ। ਤੇ ਉਹ ਅਰਦਾਸ ਜਿਹੜੀ ਹੈ ਉਹ ਇਸ ਵਾਸਤੇ ਕਰਦਾ ਹੈ ਕਿ ਜਿਹੜੇ ਕੰਮ ਨੂੰ ਮੈਂ ਸ਼ੁਰੂ ਕੀਤਾ, ਇਹ ਕੰਮ ਜਿਹੜਾ ਹੈ ਉਹ ਵਧੀਆ ਢੰਗ ਨਾਲ, ਚੰਗੇ ਢੰਗ ਨਾਲ ਸੰਪੂਰਨ ਹੋ ਜਾਵੇ। ਇਸ ਵਾਸਤੇ ਇਹ ਮੰਗਲਾਚਰਨ ਉਚਾਰਨ ਦੀ ਜਿਹੜੀ ਪਰੰਪਰਾ ਹੈ ਸਭ ਗ੍ਰੰਥਕਾਰਾਂ ਵੱਲੋਂ ਜਿਹੜੀ ਹੈ ਉਹ ਨਿਭਾਈ ਜਾਂਦੀ ਹੈ। ਮੰਗਲ ਜਿਹੜੇ ਨੇ ਉਹ ਮੁੱਖ ਰੂਪ ਵਿੱਚ ਤਾਂ 3 ਤਰ੍ਹਾਂ ਦੇ ਮੰਨੇ ਜਾਂਦੇ ਨੇ, ਪਰ ਅੱਗੇ ਉਹਨਾਂ ਦੇ ਕਈ ਹੋਰ ਰੂਪ ਨੇ। ਜਿਸ ਤਰ੍ਹਾਂ ਮੰਗਲ ਹੈ, ਪਹਿਲਾ ਮੰਗਲ ਜਿਹੜਾ ਉਹ ਤਕਰੀਬਨ ਸਾਰੇ ਗ੍ਰੰਥਕਰਤਾ ਇਸ ਗੱਲ ਨੂੰ ਮੰਨਦੇ ਨੇ, ਉਹਨੂੰ ਕਹਿੰਦੇ ਨੇ ਵਸਤੂ ਨਿਰਦੇਸ਼ ਮੰਗਲ। ਉਸ ਤੋਂ ਭਾਵ ਕੀ ਹੁੰਦਾ ਹੈ? ਉਸ ਤੋਂ ਭਾਵ ਇਹ ਹੈ ਕਿ ਉਸ ਮੰਗਲਾਚਰਨ ਤੋਂ ਸਾਨੂੰ ਪਤਾ ਲੱਗ ਜਾਵੇ ਕਿ ਗ੍ਰੰਥਕਰਤਾ ਨੇ ਇਸ ਗ੍ਰੰਥ ਵਿੱਚ ਕਿਹੜੇ ਸਿਧਾਂਤ ਨੂੰ ਪ੍ਰਗਟ ਕਰਨਾ ਹੈ। ਮੰਗਲਾਚਰਨ ਨੂੰ ਪੜ੍ਹਨ ਨਾਲ ਹੀ ਸਿਧਾਂਤ ਦੀ ਸਮਝ ਆ ਜਾਵੇ, ਉਸ ਨੂੰ ਕਿਹਾ ਜਾਂਦਾ ਹੈ ਵਸਤੂ ਨਿਰਦੇਸ਼ ਮੰਗਲ। ਜਿਸ ਤਰ੍ਹਾਂ ਅਸੀਂ ਜਦੋਂ ਮੂਲ ਮੰਤਰ ਪੜ੍ਹਦੇ ਹਾਂ ਗੁਰਪ੍ਰਸਾਦ ਵਾਲਾ, ਤੇ ਉਹਦੇ ਵਿੱਚ ਕੀ ਵੇਖਦੇ ਹਾਂ ਕਿ ਉਹ ਸਾਨੂੰ ਉਹਦੇ ਤੋਂ ਹੀ ਸਮਝ ਲੱਗ ਜਾਂਦੀ ਹੈ ਕਿ ਅਗਲੀਆਂ ਬਾਣੀਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਆਖਿਆ, ਉਹਦਾ ਸਿਧਾਂਤ ਕੀ ਰਹੇਗਾ। ਸਿਧਾਂਤ ਇਹ ਹੈ ਕਿ ਉਸ ਮੰਗਲ ਦੇ ਦੁਆਲੇ ਦੁਆਲੇ ਸਾਰੀ ਜਿਹੜੀ ਬਾਣੀ ਹੈ ਉਹ ਘੁੰਮੇਗੀ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੁਛ ਥਾਵਾਂ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਵੀ ਵਰਤਿਆ। ਪੁਰਾਤਨ ਪੀੜਾਂ ਵਿੱਚੋਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਵੀ ਮਿਲਦਾ ਹੈ। ਖਾਸ ਕਰਕੇ ਜਿਹੜੀ ਜਾਪ ਸਾਹਿਬ ਬਾਣੀ ਹੈ, ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ, ਉਹਦੇ ਵਿੱਚ ਬਹੁਤ ਥਾਈਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਆਇਆ। ਪਰ ਜ਼ਿਆਦਾਤਰ ਸਤਿਗੁਰੂ ਜੀ ਨੇ ਜਿਹੜਾ ਮੰਗਲ ਵਰਤਿਆ ਹੈ ਉਹ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਔਰ ਤੀਸਰਾ ਮੰਗਲ ਜਿਹੜਾ ਸਤਿਗੁਰੂ ਜੀ ਨੇ ਵਰਤਿਆ ਉਹ ਹੈ ਸ੍ਰੀ ਭਗਉਤੀ ਜੀ ਸਹਾਇ। ਜਿਹੜਾ ਇਹ ਪਹਿਲਾ ਮੰਗਲ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਮੰਗਲ ਜਿਹੜਾ ਹੈ ਇਹ ਵਸਤੂ ਨਿਰਦੇਸ਼ ਮੰਗਲ ਹੈ। ਮੈਂ ਅਰਜ਼ ਕੀਤੀ ਸੀ 3 ਤਰ੍ਹਾਂ ਦੇ ਮੰਗਲ ਨੇ। ਪਹਿਲਾ ਹੈ ਵਸਤੂ ਨਿਰਦੇਸ਼ ਮੰਗਲ। ਦੂਸਰਾ ਮੰਗਲ ਹੁੰਦਾ ਹੈ ਆਸ਼ੀਰਵਾਦਾਤਮਕ ਮੰਗਲ। ਉਹ ਮੰਗਲ ਜਿਸ ਦੇ ਨਾਲ ਉਹ ਸ਼ਬਦ ਜਿਹਦੇ ਨਾਲ ਆਪਣੇ ਇਸ਼ਟ ਦੇਵ ਕੋਲੋਂ ਜਿਸ ਨੂੰ ਵੀ ਉਹ ਗ੍ਰੰਥ ਕਰਤਾ ਮੰਨਦਾ ਹੈ ਉਹਦੇ ਅੱਗੇ ਅਰਦਾਸ ਕਰਕੇ ਆਸ਼ੀਰਵਾਦ ਲੈਣ ਵਾਸਤੇ ਯਤਨ ਕਰਦਾ, ਉਸ ਨੂੰ ਕਹਿੰਦੇ ਨੇ ਆਸ਼ੀਰਵਾਦਾਤਮਕ ਮੰਗਲ।
ਤੀਸਰਾ ਹੁੰਦਾ ਨਮਸਕਾਰ ਰੂਪੀ ਮੰਗਲ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਇਸ ਤਰ੍ਹਾਂ ਦੇ ਮੰਗਲ ਜਿਹੜੇ ਨੇ। ਖੈਰ ਇਹ ਥੋੜ੍ਹਾ ਡੂੰਘਾ ਵਿਸ਼ਾ ਹੈ, ਮੈਂ ਇਸ ਪਾਸੇ ਨਹੀਂ ਜਾਵਾਂਗਾ। ਮੈਂ ਕੇਵਲ ਅਰਜ਼ ਕਰਾਂਗਾ ਕਿ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਲਿਖਿਆ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਹੁਣ ਆਮ ਕਰਕੇ ਜਿਹੜਾ ਪੁਰਾਤਨ ਵਿਧਾਨ ਹੈ ਉਹ ਹੈ ਓਮ ਦਾ। ਸਨਾਤਨ ਧਰਮ ਵਿੱਚ, ਜੈਨ ਧਰਮ ਵਿੱਚ ਓਮ ਦੀ ਗੱਲ ਕੀਤੀ ਜਾਂਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵੀ ਜਦੋਂ ਇਹਦਾ ਟੀਕਾ ਲਿਖਿਆ ਜਪਜੀ ਦਾ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਵੀ ਉਹਨਾਂ ਨੇ ਟੀਕਾ ਕੀਤਾ। ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ, ਉਹ ਕਹਿੰਦੇ ਨੇ ਜਿਹੜਾ ਪਰਮੇਸ਼ਰ ਹੈ ਉਹ ਇੱਕ ਹੈ, ਅਤੇ ਉਹਦਾ ਜਦੋਂ ਜੀ ਕੀਤਾ ਕਿ ਮੈਂ ਇੱਕ ਤੋਂ ਬਹੁਤੇ ਰੂਪਾਂ ਵਿੱਚ ਹੋ ਜਾਵਾਂ, ਅਤੇ ਉਸ ਨੇ ਇੱਕ ਨਾਦ ਕੀਤਾ, ਉਸ ਨੇ ਇੱਕ ਆਵਾਜ਼ ਦਿੱਤੀ, ਅਤੇ ਉਸ ਆਵਾਜ਼ ਦਾ ਨਾਂ ਸੀ ਓਅੰਕਾਰ। ਓਅੰਕਾਰ, ਕਾਰ ਤੋਂ ਭਾਵ ਇੱਥੇ ਆਵਾਜ਼ ਲੈਂਦੇ ਨੇ। ਓਅੰਕਾਰ, ਇੱਕ ਨਾਦ ਪੈਦਾ ਹੋਇਆ ਜਿਹੜਾ ਓਮ ਦਾ ਸੀ ਜਾਂ ਓਅੰਗ ਦਾ ਸੀ, ਜਿਸ ਦੇ ਨਾਲ ਚਾਰੇ ਚੀਜ਼ਾਂ ਬਣ ਗਈਆਂ। ਪਹਿਲਾਂ ਮਹਾਮਾਇਆ ਬਣੀ, ਫਿਰ ਨਾਲ ਦੀ ਨਾਲ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜਿਹੜੇ ਨੇ ਉਹਨਾਂ ਦੀ ਸਿਰਜਣਾ ਹੋਈ, ਉਹ ਬਣੇ। ਇੱਕ ਤੋਂ ਭਾਵ ਹੈ ਕਿ ਜਿਹੜਾ ਪੁਰਾਤਨ ਵਿਧਾਨ ਸੀ ਕਿ ਓਨਮ ਭਾਵ ਤਿੰਨ ਦੇਵਤੇ, ਕਿਉਂਕਿ ਜਦੋਂ ਅਸੀਂ ਇਸ ਨੂੰ ਵੇਖਦੇ ਹਾਂ, ਓਮ ਸ਼ਬਦ ਜਿਹੜਾ ਤਿੰਨ ਸ਼ਬਦਾਂ ਤੋਂ ਬਣਦਾ ਹੈ, ਐੜਾ, ਊੜਾ ਅਤੇ ਮੰਮਾ, ਭਾਵ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ। ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰਾ ਸੰਸਾਰ ਜਿਹੜਾ ਇਹਦੇ ਵਿੱਚ ਹੀ ਸਮਾਇਆ ਹੋਇਆ ਸਾਨੂੰ ਪ੍ਰਾਪਤ ਹੁੰਦਾ ਹੈ। ਕਿਉਂਕਿ ਐੜੇ ਤੋਂ ਭਾਵ ਹੈ ਉਤਪਤੀ ਹੋਣਾ, ਪੈਦਾ ਹੋਣਾ, ਅਤੇ ਦੂਸਰਾ ਹੈ ਉੱਡਣਾ ਭਾਵ ਉੱਠਣਾ, ਊਰਜਾ ਪ੍ਰਾਪਤ ਕਰਨੀ, ਜਿਉਣਾ। ਤੀਸਰਾ ਹੈ ਕਿ ਮੌਨ ਹੋ ਜਾਣਾ ਭਾਵ ਮੌਤ ਹੋ ਜਾਣੀ ਜੀਵ ਦੀ। ਇਸ ਤਰ੍ਹਾਂ ਜਿਹੜੇ ਇਹ ਤਿੰਨ ਦੇਵਤੇ ਨੇ, ਇਹਨਾਂ ਦੀ ਡਿਊਟੀ ਹੈ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹਨਾਂ ਤਿੰਨਾਂ ਦੀ ਇਹ ਡਿਊਟੀ ਹੈ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਵੱਖਰਾ ਵਿਧਾਨ ਦਿੱਤਾ ਹੈ। ਉਹ ਵਿਧਾਨ ਇਹ ਹੈ ਕਿ ਉਹ ਜਿਹੜੇ ਤਿੰਨ ਦੇਵਤੇ ਸਨ ਉਹ ਕਿਸੇ ਕਾਰ ਵਿੱਚ ਨੇ। ਓਅੰਕਾਰ ਭਾਵ ਉਹ ਦੇਵਤੇ ਵੀ ਜਿਹੜੇ ਨੇ ਉਹ ਕਿਸ ਕਾਰ ਵਿੱਚ ਨੇ। ਕਾਰ ਤੋਂ ਭਾਵ ਹੁੰਦਾ ਲਕੀਰ। ਉਹ ਕਿਸੇ ਹੱਦ ਵਿੱਚ ਹਨ, ਕਿਸੇ ਲਕੀਰ ਵਿੱਚ ਹਨ, ਕਿਸੇ ਹੁਕਮ ਵਿੱਚ ਹਨ। ਅਤੇ ਉਹ ਹੁਕਮ ਕਿਹਦਾ ਹੈ? ਉਹ ਹੁਕਮ ਇੱਕ ਦਾ ਹੈ। ਇੱਕ ਤੋਂ ਭਾਵ ਹੈ ਜਿਸ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ। ਉਹ ਲਾ ਸ਼ਰੀਕ ਉਸ ਨੂੰ ਇਸਲਾਮ ਮਤ ਵਾਲਿਆਂ ਨੇ ਆਖਿਆ। ਭਾਵ ਉਹ ਇੱਕ ਹੈ ਔਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੈ, ਰੋਟੀ ਰੋਜ਼ੀ ਦੇਣ ਵਾਲਾ ਵੀ ਉਹ ਆਪ ਹੈ, ਉਹਨਾਂ ਸਾਰਿਆਂ ਜੀਵਾਂ ਨੂੰ ਖਤਮ ਕਰਕੇ ਆਪਣੇ ਵਿੱਚ ਅਭੇਦ ਕਰਨ ਵਾਲਾ ਵੀ ਉਹ ਆਪ ਹੀ ਹੈ। ਉਹ ਸਿਰਫ ਉਹਨਾਂ ਨੇ ਡਿਊਟੀਆਂ ਲਾਈਆਂ ਨੇ। ਇਸੇ ਵਾਸਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹ ਬਹੁਤ ਨੀਵੇਂ ਨੇ, ਜਿਹੜੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜਿਹੜੇ ਤਿੰਨ ਦੇਵਤੇ ਨੇ, ਉਹ ਬਹੁਤ ਨੀਵੇਂ ਨੇ। ਉਹਨਾਂ ਨੂੰ ਤੇ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਓਅੰਕਾਰ ਹੈ ਉਹ ਵੇਖ ਰਿਹਾ ਹੈ, ਪਰ ਜਿਹੜੇ ਉਹ ਤਿੰਨ ਦੇਵਤੇ ਨੇ ਉਹਨਾਂ ਨੂੰ ਉਹ ਨਜ਼ਰ ਵਿੱਚ ਨਹੀਂ ਆਉਂਦਾ। ਉਹ ਵੇਖੈ ਉਹਨਾਂ ਦਾ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਸਭ ਤੋਂ ਅਸਚਰਜ ਗੱਲ ਜਿਹੜੀ ਆ ਉਹ ਇਹ ਹੀ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਇੱਥੇ ਇਹ ਮੰਗਲ ਕੀਤਾ ਹੈ, ਇੱਕ ਓਅੰਕਾਰ। ਦੂਸਰਾ ਸ਼ਬਦ ਹੈ ਵਾਹਿਗੁਰੂ ਜੀ ਕੀ ਫਤਿਹ ਜਾਂ ਫਤਿਹ। ਫਤਿਹ, 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 ਇਹ ਤਿੰਨ ਤਰ੍ਹਾਂ ਦੇ ਪਾਠ ਆਉਂਦੇ ਨੇ। ਇੱਥੇ ਪਾਠ ਫਤਿਹ ਹੈ, ਭਾਵ ਤਿੰਨਾਂ ਦਾ ਜਿਹੜਾ ਆ ਉਹ ਇੱਕੋ ਹੀ ਹੈ, ਉਚਾਰਨ ਵਿੱਚ ਕੇਵਲ ਫਰਕ ਹੈ। ਜਿਹੜਾ ਇਹ ਚੌਖਰਾ ਜਾਪ ਹੈ, ਇਸ ਦੇ ਬਾਰੇ ਵਿੱਚ ਵਿਦਵਾਨਾਂ ਨੇ ਬਹੁਤ ਸਾਰੇ ਅਰਥ ਕੀਤੇ ਨੇ। ਇੱਕ ਪੰਡਤ ਈਸ਼ਵਰ ਸਿੰਘ ਜੀ ਹੋਏ ਨੇ, ਨਿਰਮਲੇ ਮਹਾਤਮਾ ਸਨ। ਉਹਨਾਂ ਨੇ ਇਸ ਚੌਖਰੇ ਜਾਪ ਦਾ 500 ਅਰਥ ਕੀਤਾ। ਇੰਨੇ ਵੱਡੇ ਵਿਦਵਾਨ ਸਨ, ਉਹਨਾਂ ਨੇ ਇੱਕ ਗ੍ਰੰਥ ਲਿਖਿਆ, ਉਹਨਾਂ ਨੇ 500 ਅਰਥ ਕੀਤਾ ਇਸ ਦਾ। ਭਾਈ ਸੰਤੋਖ ਸਿੰਘ ਜੀ ਨੇ ਇਹਦਾ ਅਰਥ ਕਰਦਿਆਂ ਹੋਇਆਂ ਬੜੀ ਸਾਦੀ ਜੀ ਭਾਸ਼ਾ ਵਿੱਚ ਉਹਨਾਂ ਨੇ ਅਰਥ ਕੀਤਾ ਹੈ। ਉਹ ਇਹਦਾ ਅਰਥ ਕਰਦੇ ਨੇ ਕਿ ਵਾਹੇ ਦਾ ਅਰਥ ਹੁੰਦਾ ਹੈ ਉਹ ਅਸਚਰਜ ਹੈ, ਅਤੇ ਨਾਲ ਹੀ ਉਹ ਇੱਕ ਬਚਨ ਹੋਰ ਕਰਦੇ ਨੇ ਕਿ ਅਸਚਰਜ ਸ਼ਬਦ ਜਿਹੜਾ ਹੈ, ਅਸਚਰਜ ਤੋਂ ਅੱਗੇ ਦੂਜੀ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਅਸਚਰਜ ਅਖੀਰ ਹੈ, ਜਿਹਦੇ ਵਾਸਤੇ ਇਹ ਆਖਿਆ ਜਾਵੇ ਅਸਚਰਜ ਹੈ, ਭਾਵ ਹੈਰਾਨ ਕੁੰਨ ਹੈ। ਉਹਦੇ ਤੋਂ ਅੱਗੇ ਹੋਰ ਕੋਈ ਸ਼ਬਦ ਉਹਦੀ ਵਡਿਆਈ ਵਾਸਤੇ, ਉਹਦੀ ਸ਼ੋਭਾ ਵਾਸਤੇ ਜਾਂ ਉਹਦੀ ਗਾਤਮਿਤ ਵਾਸਤੇ ਨਹੀਂ ਜਾਣਿਆ ਜਾ ਸਕਦਾ, ਨਹੀਂ ਉਚਾਰਿਆ ਜਾ ਸਕਦਾ। ਇਸ ਵਾਸਤੇ ਉਹ ਕਹਿੰਦੇ ਨੇ ਉਹ ਅਸਚਰਜ ਹੈ।
ਉਹ ਧਨ ਹੈ, ਧਨ ਵੀ ਕਹਿ ਸਕਦੇ ਹਾਂ ਅਸੀਂ ਪੰਜਾਬੀ ਵਿੱਚ ਸ਼ਬਦ। ਉਹ ਵਿਸਮਾਦ ਸਰੂਪ ਹੈ, ਜਿਸ ਵੱਲ ਵੇਖ ਕੇ ਜੀਵ ਵਿਸਮਾਦ ਹੋ ਜਾਂਦਾ ਹੈ। ਤੇ ਕਹਿੰਦੇ ਨੇ ਗੁਰੂ ਤੋਂ ਭਾਵ ਹੈ ਗੋ ਮੈਨੇ ਹਨੇਰਾ, ਰੂ ਮੈਨੇ ਪ੍ਰਕਾਸ਼। ਇਸ ਦਾ ਦੂਸਰਾ ਅਰਥ ਇਹ ਵੀ ਕਰਦੇ ਨੇ ਜਿਹੜਾ ਚੇਤਨ ਸਰੂਪ ਹੈ ਉਹ ਅਸਚਰਜ ਰੂਪ ਹੈ ਅਤੇ ਚੇਤਨ ਸਰੂਪ ਹੈ, ਜਾਗਰਤ ਅਵਸਥਾ ਵਿੱਚ ਰਹਿਣ ਵਾਲਾ ਹੈ, ਜਿਸ ਬਾਰੇ ਸਤਿਗੁਰੂ ਜੀ ਗੁਰਬਾਣੀ 'ਚ ਕਹਿੰਦੇ ਨੇ ਕਿ ਸਤਿਗੁਰ ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ। ਗੁਰ ਤੋਂ ਭਾਵ ਹੈ ਚੇਤਨ ਸਰੂਪ ਹੈ, ਉਹ ਸਦ ਜਾਗਦਾ ਹੈ। ਇਸ ਵਾਸਤੇ ਅੱਗੇ ਪਾਤਸ਼ਾਹ ਪਾਠ ਕਰਦੇ ਨੇ ਫਤਿਹ। ਫਤਿਹ ਸ਼ਬਦ ਤੋਂ ਭਾਵ ਹੁੰਦਾ ਹੈ ਜਿੱਤ। ਉਸ ਦੀ ਸ਼ੋਭਾ ਵਿੱਚ, ਪਰਮੇਸ਼ਰ ਦੀ ਸ਼ੋਭਾ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਭਾਵ ਸਦਾ ਹੀ ਸੰਸਾਰ ਵਿੱਚ ਉਸ ਦੀ ਜੈ ਹੈ ਅਤੇ ਉਸ ਪਰਮੇਸ਼ਰ ਜਿਹੜਾ ਸਾਰੇ ਸੰਸਾਰ ਦਾ, ਓੰਕਾਰ ਦਾ ਭਾਵ ਇਹ ਵੀ ਹੈ ਕਿ ਉਹ ਸਾਰੇ ਸੰਸਾਰ ਨੂੰ ਰੱਖਿਆ ਕਰਨ ਵਾਲਾ ਹੈ, ਰੱਖਿਅਕ ਹੈ ਸਾਰੇ ਸੰਸਾਰ ਦਾ। ਜਿਹੜਾ ਉਸ ਦਾ ਆਰਾਧਨ ਕਰਦਾ ਹੈ, ਜਿਹੜਾ ਉਸ ਦਾ ਸਿਮਰਨ ਕਰਦਾ ਹੈ, ਉਸ ਦੀ ਵੀ ਸੰਸਾਰ ਵਿੱਚ ਫਤਿਹ ਹੁੰਦੀ ਹੈ। ਸ੍ਰੀ ਭਗਉਤੀ ਜੀ ਸਹਾਇ। ਇੱਥੇ ਪਾਠ ਆਇਆ ਹੈ ਭਗਉਤੀ, ਜਿਹੜਾ ਬਹੁਤ ਸਾਰੇ ਸ਼ੰਕਿਆਂ ਨੂੰ ਵਿਰੋਧੀ ਲੋਕਾਂ ਨੇ ਇਸ ਚੀਜ਼ ਨੇ ਜਨਮ ਦਿੱਤਾ ਕਿ ਭਗਉਤੀ ਜਿਹੜਾ ਹੈ ਸ਼ਬਦ, ਇਹ ਤਾਂ ਕੇਵਲ ਤੇ ਕੇਵਲ ਦੁਰਗਾ ਵਾਸਤੇ ਵਰਤਿਆ ਗਿਆ। ਮੈਂ ਇੱਕ ਅਰਜ਼ ਕਰਦਿਆਂ ਕਿ ਕਿਸੇ ਵੀ ਭਾਸ਼ਾ ਵਿੱਚ ਇੱਕ ਇੱਕ ਸ਼ਬਦ ਦੇ ਬਹੁਤ ਜ਼ਿਆਦਾ ਅਰਥ ਹੋ ਸਕਦੇ ਨੇ। ਜਦੋਂ ਅਸੀਂ ਮਹਾਨ ਕੋਸ਼ ਵੇਖੀਏ ਤੇ ਹਰ ਸ਼ਬਦ ਦੇ, ਜੇ ਮੈਂ ਭੁੱਲਦਾ ਨਾ ਹੋਵਾਂ, ਤੇ 36 ਅਰਥ ਕੀਤੇ ਨੇ ਉਹਨਾਂ ਨੇ, ਕੇਵਲ ਤੇ ਕੇਵਲ ਹਰ ਦੇ ਹੀ। ਹਰ ਮੈਨੇ ਕਮਲ ਵੀ ਹੁੰਦਾ, ਹਰ ਮੈਨੇ ਸ਼ੇਰ ਵੀ ਹੁੰਦਾ, ਹਰ ਮੈਨੇ ਸੂਰਜ ਵੀ ਹੁੰਦਾ, ਹਰ ਮੈਨੇ ਇੰਦਰ ਵੀ ਹੁੰਦਾ, ਹਰ ਮੈਨੇ ਵਿਸ਼ਨੂੰ ਵੀ ਹੁੰਦਾ, ਇਤਿਆਦਿਕ ਬਹੁਤ ਸਾਰੇ ਅਰਥ ਜਿਹੜੇ ਨੇ ਉਹ ਹੁੰਦੇ ਨੇ। ਇਸੇ ਤਰ੍ਹਾਂ ਭਗਉਤੀ ਸ਼ਬਦ ਜਿਹੜਾ ਹੈ, ਭਗਉਤੀ ਦੇ ਸ਼ਬਦ ਵੀ ਪਰਥਾਏ ਸਾਖੀ ਨੇ, ਵੱਖਰੇ ਵੱਖਰੇ ਅਰਥ ਨੇ। ਹੁਣ ਗੁਰਬਾਣੀ ਵਿੱਚ ਇਸੇ ਚੰਡੀ ਦੀ ਵਾਰ ਵਿੱਚ ਹੀ ਇੱਕ ਪਾਠ ਆਇਆ ਹੈ, ਲਈ ਭਗਉਤੀ ਦੁਰਗਸਾ ਵਰ ਜਾਗਨ ਭਾਰੀ। ਇੱਥੇ ਭਗਉਤੀ ਜਿਹੜੀ ਹੈ ਉਹ ਤਲਵਾਰ ਹੈ, ਇੱਥੇ ਕੋਈ ਦੇਵੀ ਨਹੀਂ। ਪਰ ਇੱਥੇ ਜਿਹੜਾ ਸ਼ਬਦ ਆਇਆ ਹੈ ਭਗਉਤੀ, ਗੁਰਬਾਣੀ ਵਿੱਚ ਇੱਕ ਹੋਰ ਪਾਠ ਆਉਂਦਾ ਹੈ ਕਿ ਭਗਉਤੀ ਭਗਤ ਭਗਵੰਤ ਕਾ ਰੰਗ। ਭਗਵੰਤ ਦੀ ਭਗਤੀ ਦਾ, ਪਰਮੇਸ਼ਰ ਦੀ ਭਗਤੀ ਦਾ ਰੰਗ ਜਿਸ ਨੂੰ ਚੜ੍ਹ ਜਾਵੇ ਉਸ ਨੂੰ ਭਗਉਤੀ ਕਹਿੰਦੇ ਨੇ। ਹੁਣ ਗੁਰਬਾਣੀ ਵਿੱਚ ਇਹ ਵੀ ਲਿਖਿਆ। ਇੱਕ ਥਾਂ ਇਹ ਵੀ ਪਾਠ ਆਇਆ, ਭਗਉਤੀ ਮੁਦਰਾ ਮਨ ਮੋਹਿਆ ਮਾਇਆ। ਭਈ ਜਿਹੜੇ ਸਰੀਰ ਦੇ ਉੱਤੇ ਚਿੰਨ੍ਹ ਧਾਰਨ ਕੀਤੇ ਨੇ ਉਹ ਤੇ ਪਰਮੇਸ਼ਰ ਵਾਲੇ ਕੀਤੇ ਨੇ, ਉਹਨੂੰ ਮਿਲਣ ਵਾਲੇ ਕੀਤੇ ਨੇ। ਜਿਸ ਤਰ੍ਹਾਂ ਅਸੀਂ ਧਾਰਮਿਕ ਪਹਿਰਾਵਾ ਪਾਉਂਦੇ ਹਾਂ, ਵੱਖ-ਵੱਖ ਧਰਮਾਂ ਵਿੱਚ, ਵੱਖ-ਵੱਖ ਸੰਪਰਦਾਵਾਂ ਵਿੱਚ ਉਹਨਾਂ ਦਾ ਵੱਖਰਾ ਵੱਖਰਾ ਪਹਿਰਾਵਾ ਹੁੰਦਾ ਹੈ, ਤੇ ਕਹਿੰਦੇ ਨੇ ਪ੍ਰਭੂ ਨੂੰ ਮਿਲਣ ਵਾਲਾ ਪਹਿਰਾਵਾ ਤੇ ਪਾ ਲਿਆ, ਪਰ ਮਨ ਮੋਹਿਆ ਮਾਇਆ। ਮਨ ਜਿਹੜਾ ਹੈ ਉਹ ਮਾਇਆ ਨੇ ਮੋਹਿਆ ਹੋਇਆ। ਇੱਥੇ ਭਗਉਤੀ ਜਿਹੜਾ ਹੈ ਉਹ ਪਰਮੇਸ਼ਰ ਵਾਚਕ ਹੈ। ਮਹਾਂਪੁਰਸ਼ ਮਹਾਤਮਾ ਇਹ ਵੀ ਕਹਿੰਦੇ ਨੇ ਕਿ ਸੰਸਕ੍ਰਿਤ ਦਾ ਇੱਕ ਬੜਾ ਮਸ਼ਹੂਰ ਕੋਸ਼ ਹੈ ਜਿਸ ਨੂੰ ਅਮਰ ਕੋਸ਼ ਆਖਿਆ ਜਾਂਦਾ ਹੈ। ਉਸ ਦੇ ਵਿੱਚ ਜਿਹੜਾ ਅਰਥ ਕੀਤਾ ਗਿਆ ਹੈ ਭਗਉਤੀ, ਉਸ ਦਾ ਅਰਥ ਪਰਮੇਸ਼ਰ ਕੀਤਾ ਗਿਆ ਹੈ। ਇੱਕ ਕਿਸੇ ਮਹਾਂਪੁਰਸ਼ ਦੇ ਬੜੇ ਸੋਹਣੇ ਬਚਨ ਨੇ ਸ਼ਾਸਤਰ ਦੇ। ਉਹ ਕਹਿੰਦਾ ਕਿ 6 ਚੀਜ਼ਾਂ ਕਿਸੇ ਵੀ ਜੀਵ ਦੇ ਕੋਲ ਹੋਣ, ਕਿਸੇ ਮਨੁੱਖ ਦੇ ਕੋਲ ਹੋਣ, ਤੇ ਉਸ ਨੂੰ ਭਗਵਾਨ ਆਖਿਆ ਜਾ ਸਕਦਾ ਜਾਂ ਭਗਉਤੀ ਆਖਿਆ ਜਾ ਸਕਦਾ। ਉਸ ਨੂੰ ਪਰਮੇਸ਼ਰ ਕਹਿ ਲਓ ਜਾਂ ਉਸ ਨੂੰ ਦੇਵੀ ਕਹਿ ਲਓ, ਇੱਕ ਹੀ ਗੱਲ ਹੈ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਪਰਮੇਸ਼ਰ ਜਿਹੜਾ ਹੈ, ਆਮ ਕਰਕੇ ਅਸੀਂ ਪਰਮੇਸ਼ਰ, ਅਕਾਲ ਪੁਰਖ, ਰੱਬ ਜੋ ਵੀ ਸ਼ਬਦ ਵਰਤਦੇ ਹਾਂ ਉਹਦੇ ਵਾਸਤੇ ਪੁਲਿੰਗ ਵਰਤਦੇ ਹਾਂ। ਪਰ ਗੁਰੂ ਸਾਹਿਬ ਨੇ ਇਹ ਵੀ ਤੇ ਆਖਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ ਵੀ ਹੈ ਤੇ ਤੂੰ ਮੇਰੀ ਮਾਂ ਵੀ ਹੈ। ਗੁਰੂ ਕਲਗੀਧਰ ਪਾਤਸ਼ਾਹ ਇਹ ਵੀ ਕਹਿੰਦੇ ਨੇ ਕਿ ਨਾ ਉਹ ਨਰ ਹੈ ਤੇ ਨਾ ਹੀ ਉਹ ਨਾਰ ਹੈ। ਭਾਵ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਤੇ ਸਾਰੇ ਹੀ ਸਰੂਪ ਉਹਦੇ ਨੇ। ਇਸ ਵਾਸਤੇ ਭਗਉਤੀ ਸ਼ਬਦ ਜਿਹੜਾ ਹੈ ਇੱਥੇ ਉਸ ਦਾ ਅਰਥ ਜਿਹੜਾ ਹੈ ਉਹ ਇਹ ਹੈ, ਸ੍ਰੀ ਭਗਉਤੀ ਜੀ ਸਹਾਇ। ਭਾਵ ਪਰਮੇਸ਼ਰ ਜੀ ਸਹਾਇਤਾ ਕਰਨ, ਪਰਮੇਸ਼ਰ ਦੀ ਸਹਾਇਤਾ ਵਾਸਤੇ ਇਹ ਆਸ਼ੀਰਵਾਦ ਮੰਗਲ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਲਿਖਦੇ ਨੇ, ਸ੍ਰੀ ਭਗਉਤੀ ਜੀ ਸਹਾਇ। ਸ੍ਰੀ ਦਾ ਭਾਵ ਹੁੰਦਾ ਹੈ ਸ਼੍ਰੋਮਣੀ, ਸ੍ਰੀ ਦਾ ਭਾਵ ਹੁੰਦਾ ਹੈ ਸੁਭਾਏਮਾਨ, ਸ੍ਰੀ ਦਾ ਭਾਵ ਹੁੰਦਾ ਹੈ ਸਤਿਕਾਰਯੋਗ। ਇਸ ਤਰ੍ਹਾਂ ਦੇ ਅਰਥ ਜਿਹੜੇ ਨੇ ਉਹ ਸ੍ਰੀ ਦੇ ਕੀਤੇ ਜਾਂਦੇ ਨੇ। ਸ੍ਰੀ ਦਾ ਅਰਥ ਲక్ష్ਮੀ ਵੀ ਹੁੰਦਾ ਹੈ।
ਸ੍ਰੀ ਭਗਉਤੀ ਜੀ ਸਹਾਇ ਦਾ ਭਾਵ ਹੈ ਉਹ ਪਰਮੇਸ਼ਰ ਜਿਹੜਾ ਹੈ ਉਹ ਕਿਰਪਾ ਕਰੇ, ਸਹਾਇਤਾ ਕਰੇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਇੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਪਾਠ ਉਚਾਰਨ ਕੀਤਾ ਹੋਇਆ ਹੈ। ਗਰੀਬ ਨਵਾਜ਼ ਕਹਿੰਦੇ ਨੇ ਕਿ ਵਾਰ ਸ੍ਰੀ ਭਗਉਤੀ ਜੀ ਕੀ। ਜਦੋਂ ਇਹਦੇ ਸਿਰਲੇਖਾਂ ਵਾਲੇ ਪਾਸੇ ਗੱਲ ਕਰੀਏ, ਬਹੁਤ ਸਾਰੀਆਂ ਬੀੜਾਂ ਵਿੱਚ ਵਾਰ ਦੁਰਗਾ ਕੀ ਪਾਠ ਵੀ ਆਇਆ ਹੈ। ਚੰਡੀ ਦੀ ਵਾਰ ਆਮ ਕਰਕੇ ਮਸ਼ਹੂਰ ਸ਼ਬਦ ਹੈ, ਪਰ ਜਿਹੜਾ ਪ੍ਰਚਲਿਤ ਬੀੜਾਂ ਵਿੱਚ ਜਾਂ ਅਸੀਂ ਜਿਹੜਾ ਪਾਠ ਕਰਦੇ ਹਾਂ ਉਹਦੇ ਵਿੱਚ ਇਹ ਹੀ ਪਾਠ ਮਸ਼ਹੂਰ ਹੈ ਕਿ ਵਾਰ ਸ੍ਰੀ ਭਗਉਤੀ ਜੀ ਕੀ। ਇੱਥੇ ਭਗਉਤੀ ਜਿਹੜੀ ਹੈ ਉਹ ਵਾਰ ਕਿਉਂਕਿ ਦੁਰਗਾ ਦੀ ਹੈ, ਚੰਡੀ ਦੀ ਹੈ, ਇਸ ਵਾਸਤੇ ਇੱਥੇ ਉਹਦਾ ਨਾਂ ਹੈ ਕਿ ਵਾਰ ਸ੍ਰੀ ਭਗਉਤੀ ਜੀ ਕੀ। ਇਹਦਾ ਪਾਤਰ ਜਿਹੜੇ ਹੈ ਉਹ ਚੰਡੀ ਹੈ, ਦੁਰਗਾ ਹੈ। ਉਹ ਕਹਿੰਦੇ ਨੇ ਉਹਦੀ ਵਾਰ ਉਚਾਰਨ ਕਰਦੇ ਹਾਂ। ਅੱਗੇ ਪਾਠ ਹੈ ਪਾਤਸ਼ਾਹੀ ਦਸਵੀਂ। ਮੈਂ ਇੱਕ ਹੋਰ ਅਰਜ਼ ਕਰ ਦੇਣੀ ਚਾਹਾਂਗਾ। ਮੇਰੇ ਤੇ ਇੱਕ ਦਿਨ ਕਿਸੇ ਸੱਜਣ ਨੇ ਸਵਾਲ ਕੀਤਾ ਸੀ ਭਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਲਿਖ ਲਿਆ, ਕਿਉਂਕਿ ਹੋਰ ਕਿਸੇ ਗੁਰੂ ਸਾਹਿਬ ਨੇ ਤਾਂ ਇਸ ਤਰ੍ਹਾਂ ਦਾ ਕੋਈ ਬਚਨ ਨਹੀਂ ਕੀਤਾ, ਪਰ ਉੱਥੇ ਉਹਨਾਂ ਨੇ ਪਾਤਸ਼ਾਹੀ ਦਸਵੀਂ ਲਿਖਿਆ, ਪਾਤਸ਼ਾਹੀ ਸ਼ਬਦ ਲਿਖਿਆ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਆਪਣੇ ਆਪ ਨੂੰ ਲਿਖ ਸਕਦੇ ਨੇ, ਸਮਰੱਥ ਨੇ, ਐਸੀ ਕੋਈ ਗੱਲ ਨਹੀਂ। ਪਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਸਾਡੇ ਕੋਲ ਪੁਰਾਤਨ ਬੀੜਾਂ ਦੇ ਵਿੱਚੋਂ ਪ੍ਰਾਪਤ ਹੁੰਦੀ ਬੀੜ ਹੈ ਉਹ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਾਲੀ ਬੀੜ, ਜਿਹੜੀ ਬੀੜ ਦੇ ਵਿੱਚ ਦੋਵੇਂ ਹੀ ਬੀੜਾਂ ਜਿਹੜੀਆਂ ਨੇ ਆਦਿ ਬਾਣੀ ਵੀ ਅਤੇ ਦਸਮ ਬਾਣੀ ਵੀ ਉਹ ਇਕੱਠੀ ਸੰਚਿਤ ਕੀਤੀ ਗਈ ਹੈ, ਇਕੱਠੀ ਜਿਹੜੀ ਹੈ ਉਹ ਦਰਜ ਕੀਤੀ ਹੈ। ਅਸਲ ਵਿੱਚ ਉਹਦੇ ਵਿੱਚ ਉਹਨਾਂ ਨੇ ਪਾਤਸ਼ਾਹੀ ਸ਼ਬਦ ਵਰਤਿਆ। ਉਹਨਾਂ ਨੇ ਮਹੱਲਾ ਸ਼ਬਦ ਨਾ ਪਹਿਲੇ ਸਤਿਗੁਰੂ ਵਾਸਤੇ ਵਰਤਿਆ, ਨਾ ਦੂਜੇ ਵਾਸਤੇ ਵਰਤਿਆ, ਨਾ ਤੀਜੇ ਵਾਸਤੇ ਵਰਤਿਆ, ਔਰ ਨਾ ਹੀ ਦਸਵੇਂ ਵਾਸਤੇ ਵਰਤਿਆ। ਉਹਨਾਂ ਨੇ ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਦੂਜੀ, ਪਾਤਸ਼ਾਹੀ ਤੀਜੀ, ਇਸ ਤਰ੍ਹਾਂ ਹੀ ਜਿਹੜਾ ਹੈ ਉਹ ਉਚਾਰਨ ਕੀਤਾ। ਭਾਵ ਇਹ ਹੈ ਕਿ ਇਹ ਦਸਮ ਪਾਤਸ਼ਾਹ ਸਾਹਿਬ ਗੁਰੂ ਕਲਗੀਧਰ ਜੀ ਦੀ ਪਵਿੱਤਰ ਬਾਣੀ ਹੈ। ਪੌੜੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਪੌੜੀ ਭਾਵ ਇਹ ਹੈ ਕਿ ਪੌੜੀਆਂ ਦਾ ਸਮੂਹ ਵਾਰ ਅਖਵਾਉਂਦੀ ਹੈ। ਵਾਰਾਂ ਜਿੰਨੀਆਂ ਵੀ ਹੁੰਦੀਆਂ ਨੇ ਅਸਲ ਵਿੱਚ ਪੌੜੀਆਂ ਦਾ ਸਮੂਹ ਹੈ ਵਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਦਿ ਬੀੜ ਦੀ ਸੰਪਾਦਨਾ ਕਰਨ ਵੇਲੇ ਇੱਕ ਵੱਖਰੀ ਕਿਰਪਾ ਕੀਤੀ ਕਿ ਪੌੜੀਆਂ ਦੇ ਨਾਲ ਮਹੱਲੇ ਅਤੇ ਸ਼ਲੋਕ ਲਾਏ। ਇਸ ਤੋਂ ਪਹਿਲਾਂ ਕਿਤੇ ਵੀ ਕਿਸੇ ਵੀ ਵਾਰ ਵਿੱਚ ਮਹੱਲੇ ਅਤੇ ਸ਼ਲੋਕ ਜਾਂ ਇਸ ਤਰ੍ਹਾਂ ਦੇ ਕੋਈ ਸ਼ਬਦ ਜਿਹੜੇ ਸਨ ਉਹ ਨਹੀਂ ਸੀ ਲਾਏ ਜਾਂਦੇ। ਇਹ ਜਿਹੜੀ ਕਿਰਪਾ ਹੈ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅਪੂਰਵ ਕਿਰਪਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕਿਰਪਾ ਕੀਤੀ ਕਿ ਉਹਦੇ ਸਿਧਾਂਤ ਨਾਲ ਰਲਦੇ ਮਿਲਦੇ ਜਿਹੜੇ ਸਿਧਾਂਤ ਪੌੜੀ ਵਿੱਚ ਦਰਜ ਨੇ ਉਹਨਾਂ ਦੇ ਨਾਲ ਰਲਦੇ ਮਿਲਦੇ ਸਿਧਾਂਤ ਵਾਲੇ ਸ਼ਲੋਕ ਅਤੇ ਮਹੱਲੇ ਜਿਹੜੇ ਨੇ ਉਹ ਉਚਾਰਨ ਕੀਤੇ। ਵੈਸੇ ਜਿਹੜਾ ਹੈ ਵਾਰ ਜਿਹੜੀ ਹੈ ਉਹ ਪੌੜੀਆਂ ਦਾ ਹੀ ਸਮੂਹ ਹੁੰਦੀ ਹੈ ਅਤੇ ਇੱਥੇ ਪੌੜੀ ਉਚਾਰਨ ਕਰਦੇ ਹਨ। ਅਸਲ ਵਿੱਚ ਇਹ ਇਸ਼ਟ ਮੰਗਲ ਹੀ ਹੈ, ਇਹ ਵਾਰ ਦੀ ਪੌੜੀ ਨਹੀਂ। ਮੈਂ ਇਹ ਵੀ ਅਰਜ਼ ਕਰਦੇ ਹਾਂ ਇਹ ਇਸ਼ਟ ਮੰਗਲ ਹੈ। ਆਪਣੇ ਪੂਰਬਲੇ ਸਤਿਗੁਰੂ ਸਾਹਿਬਾਨਾਂ ਦਾ ਮੰਗਲਾਚਰਨ ਉਚਾਰਨ ਕਰਦੇ ਹਨ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਸਤਿਗੁਰੂ ਜੀ ਕਹਿੰਦੇ ਨੇ ਪ੍ਰਥਮ ਭਗਉਤੀ ਸਿਮਰ ਕੈ। ਸਭ ਤੋਂ ਪਹਿਲਾਂ ਭਗਉਤੀ ਭਾਵ ਪਰਮੇਸ਼ਰ ਅਕਾਲ ਪੁਰਖ ਦੀ ਸ਼ਕਤੀ ਕਹਿ ਲਓ, ਕਿਉਂਕਿ ਜੇ ਭਗਉਤੀ ਕੇਵਲ ਤੇ ਕੇਵਲ ਦੁਰਗਾ ਹੋਵੇ ਤੇ ਫਿਰ ਉੱਥੇ ਜਿਹੜਾ ਇਹ ਸ਼ਬਦ ਆਇਆ ਤੈ ਹੀ ਦੁਰਗਾ ਸਾਜਕੈ ਦੈਤਾਂ ਦਾ ਨਾਸ਼ ਕਰਾਇਆ, ਇਹ ਸ਼ਬਦ ਜਿਹੜਾ ਸੀ ਉਹ ਇਸ ਸਿਧਾਂਤ ਨਾਲ ਢੁਕਦਾ ਨਹੀਂ। ਇਸ ਵਾਸਤੇ ਸਤਿਗੁਰੂ ਜੀ ਨੇ ਇੱਥੇ ਇਹ ਸ਼ਬਦ ਉਚਾਰਨ ਕੀਤਾ ਹੈ ਪ੍ਰਥਮ ਭਗਉਤੀ ਸਿਮਰ ਕੈ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਸਿਮਰਨ ਕਰਕੇ ਤੇ ਗੁਰੂ ਨਾਨਕ ਲਈ ਧਿਆਏ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਧਿਆਉਣਾ ਕੀਤਾ ਹੈ। ਮੈਂ ਇੱਕ ਅਰਜ਼ ਕਰਦਿਆਂ, ਬਹੁਤ ਲੰਬਾ ਸਮਾਂ ਪਹਿਲਾਂ ਇੱਕ ਟੀਕਾ ਛਪਿਆ, ਸੰਪਾਦਨਾ ਕੀਤੀ ਗਈ, ਉਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਹੋਰੀ ਅਤੇ ਇੱਕ ਸੱਜਣ ਉਹਨਾਂ ਦੇ ਨਾਲ ਹੋਰ ਸਨ। ਉਹਨਾਂ ਨੇ ਇੱਕ ਇਹ ਪ੍ਰਚਲਿਤ ਅਰਥ ਨਾਲੋਂ ਇੱਕ ਵੱਖਰਾ ਅਰਥ ਕੀਤਾ ਸੀ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਹ ਕਹਿੰਦੇ ਨੇ ਗੁਰੂ ਨਾਨਕ ਨੇ ਜਿਸ ਚੰਡੀ ਨੂੰ ਧਿਆਇਆ, ਜਿਸ ਸ਼ਕਤੀ ਨੂੰ ਧਿਆਇਆ, ਗੁਰੂ ਨਾਨਕ ਲਈ ਧਿਆਏ। ਉਹਨਾਂ ਦਾ ਅਰਥ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਸੀ। ਪਰ ਜਦੋਂ ਅਸੀਂ ਇਸ ਤੁਕ ਦੀ ਬਣਤਰ ਨੂੰ ਹੀ ਵੇਖਦੇ ਹਾਂ ਤੇ ਪ੍ਰਥਮ ਭਗਉਤੀ ਸਿਮਰ ਕੈ ਪਾਠ ਹੈ, ਨਾ ਕਿ ਪ੍ਰਥਮ ਭਗਉਤੀ ਸਿਮਰੀ ਹੈ।
ਜੇ ਸਿਮਰਿਆ ਪਾਠ ਹੁੰਦਾ ਵੀ ਭਗਉਤੀ ਨੂੰ ਸਿਮਰੀਏ ਤੇ ਜਿਹੜੀ ਗੁਰੂ ਨਾਨਕ ਨੇ ਧਿਆ ਲਈ, ਫਿਰ ਤਾਂ ਉਹ ਅਰਥ ਬਣ ਸਕਦਾ ਸੀ। ਪਰ ਸਿਮਰ ਕੈ ਇਹਨੂੰ ਵੱਖਰਾ ਕਰਦਾ ਹੈ ਗੁਰੂ ਨਾਨਕ ਲਈ ਧਿਆਏ ਨਾਲੋਂ। ਫਿਰ ਅੱਗੇ ਜਾ ਕੇ ਵੀ ਪਾਠ ਆਉਂਦਾ ਹੈ ਕਿ ਅਰਜੁਨ ਹਰ ਗੋਬਿੰਦ ਨੋ ਤੋਂ ਭਾਵ ਹੁੰਦਾ ਹੈ ਨੂੰ। ਫਿਰ ਉੱਥੇ ਗੁਰੂ ਅਰਜਨ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਧਿਆਉਣ ਦਾ ਜ਼ਿਕਰ ਨਹੀਂ ਸੀ ਆਉਣਾ। ਉੱਥੇ ਜ਼ਿਕਰ ਜਿਹੜਾ ਸੀ ਫਿਰ ਉਸ ਢੰਗ ਦਾ ਆਉਣਾ ਸੀ ਕਿ ਉਹ ਚੰਡੀ ਨੂੰ ਜਾਂ ਦੁਰਗਾ ਨੂੰ ਜਾਂ ਸ਼ਕਤੀ ਨੂੰ ਧਿਆਉਣ ਦੀ ਗੱਲ ਆਉਣੀ ਸੀ। ਪਰ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਥਮ ਭਗਉਤੀ ਸਿਮਰ ਕੈ, ਸਭ ਤੋਂ ਪਹਿਲਾਂ ਮੈਂ ਉਸ ਭਗਉਤੀ ਪਰਮੇਸ਼ਰ ਦਾ ਸਿਮਰਨ ਕਰਨ ਤੋਂ ਬਾਅਦ ਗੁਰੂ ਨਾਨਕ ਜੀ ਨੂੰ ਧਿਆਉਂਦਾ ਹਾਂ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਫਿਰ ਇਹ ਆਸ ਕਰਦਾ ਹਾਂ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰੀ ਸਹਾਇਤਾ ਕਰਨ। ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਤੇ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧਿਆਉਂਦਾ ਹਾਂ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਸਾਹਿਬ ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਂਦੇ ਹਾਂ, ਜਿਸਨਾਂ ਦਾ ਪਾਵਨ ਪਵਿੱਤਰ ਦਰਸ਼ਨ ਕਰਨ ਦੇ ਨਾਲ ਸਾਰੇ ਦੇ ਸਾਰੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ। ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਇ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸਿਮਰਨ ਕਰਦਾ ਹਾਂ, ਘਰ ਨੌ ਨਿਧ ਆਵੈ ਧਾਇ ਤੋਂ ਭਾਵ ਆਮ ਕਰਕੇ ਵਿਦਵਾਨਾਂ ਨੇ ਇਹ ਹੀ ਅਰਥ ਕੀਤਾ ਹੈ ਕਿ ਘਰ ਵਿੱਚ 9 ਨਿਧੀਆਂ ਆ ਜਾਂਦੀਆਂ ਨੇ, ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰ ਵੇਖਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਸ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਸਭ ਥਾਈ ਹੋਏ ਸਹਾਇ। ਸਤਿਗੁਰੂ ਜੀ ਕਿਰਪਾ ਕਰਨ, ਹਰ ਥਾਂ ਤੇ ਸਹਾਇਤਾ ਕਰਨ ਜੀ। ਸੋ ਇੰਨੀਆਂ ਬੇਨਤੀਆਂ ਕਰਦਾ ਹੀ ਖਿਮਾ ਦਾ ਜਾਚਕ ਹਾਂ। ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਸਤਿ ਸ਼੍ਰੀ ਅਕਾਲ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।